एक ओंकार, एक ओंकार, सतनाम सतनाम, करता पुरख करता पुरख, निर्भव निर्भव, निर्वैर निर्वैर, अकाल मूरत अकाल मूरत, अजूनी सैभं अजूनी सैभं, गुर प्रसाद जप गुर प्रसाद जप, आद सच जुगाद सच जुगाद सच, है भी सच सच, नानक होसी भी सच नानक होसी भी सच, नानक होसी भी सच नानक होसी भी सच। कई वारी वेखो ਅਸੀਂ ਕਿਸੇ ਦਾ ਵੱਡਾ ਨੁਕਸਾਨ ਕਰ ਦਿੰਦੇ। ਮੰਨ ਲਓ ਵਪਾਰ ਦੇ ਵਿੱਚ ਕਿਸੇ ਨੇ ਕਿਸੇ ਨੂੰ ਧੋਖਾ ਦਿੱਤਾ ਔਰ ਬੜਾ ਵੱਡਾ ਧੋਖਾ ਦਿੱਤਾ, ਉਹਦੀ ਕਰੋੜਾਂ ਦੀ ਜਾਇਦਾਦ ਮਾਰ ਲਈ, ਉਹਨੂੰ ਸੜਕ ਤੇ ਲਿਆਂਦਾ, ਉਹ ਵਿਚਾਰਾ ਹੁਣ ਸੜਕ ਤੇ ਆ ਗਿਆ, ਦੁਖੀ ਹੈ, ਅੰਦਰੋਂ ਕਲਪਿਆ ਪਿਆ। ਉਸ ਦੁੱਖ ਨੇ ਉਹਨੂੰ ਰੋਗ ਲਾਤੇ, ਬੱਚੇ ਪੜ੍ਹਦੋਂ ਹਟ ਗਏ, ਰੋਟੀਓਂ ਮੁਤਾਜ ਹੋ ਗਿਆ। ਹੁਣ ਉਹ ਰੋਗ ਲੱਗ ਗਿਆ, ਸਰੀਰ ਨੂੰ ਬੜਾ ਕੁਰਲਾਂਦਾ, ਦਵਾਈਆਂ ਤੇ ਖਰਚੇ ਨੇ, ਬੜਾ ਔਖਾ, ਤੇ ਅਖੀਰ 'ਚ ਉਸ ਦੁੱਖ ਦੀ ਪੀੜਾ ਨਾ ਸਹਾਰਦਿਆਂ ਸਰੀਰ ਤਿਆਗ ਗਿਆ। ਕੋ ਸਤਨਾਮ, ਸਰੀਰ ਤਿਆਗ ਗਿਆ। 10 ਸਾਲ 20 ਸਾਲ 30 ਸਾਲ ਜਿਹਨੇ ਦੁੱਖ ਦਿੱਤਾ ਸੀ ਉਹਦੇ ਵੀ ਸਰੀਰ ਤਿਆਗਤਾ। ਅਕਾਊਂਟ ਦਾ ਖੜਾ ਹੈ ਨਾ ਜੀ, ਧਿਆਨ ਦੇਣਾ, ਲੇਖੇ ਤਾਂ ਖੜੇ ਨੇ, ਜੋ ਤੂੰ ਦਿੱਤਾ ਸੀ ਤੈਨੂੰ ਮਿਲੇਗਾ। ਹੁਣ ਉਹ ਦੁਬਾਰਾ ਮਿਲਣਗੇ। ਹੁਣ ਦੱਸੋ, ਜਦੋਂ ਉਹ ਦੁਬਾਰਾ ਮਿਲਣਗੇ ਕੁਝ ਹੋਏਗਾ ਕਿ ਨਹੀਂ ਹੋਏਗਾ? ਦੱਸੋ ਜੀ, ਕੁਝ ਹੋਏਗਾ ਕਿ ਨਹੀਂ ਹੋਏਗਾ? ਜ਼ਰੂਰ ਹੋਏਗਾ। ਉਹ ਮਿਲਣਗੇ, ਉਹ ਹੋ ਸਕਦਾ ਹੈ ਉਹ ਭਰਾ ਦੇ ਰੂਪ 'ਚ ਮਿਲਣ, ਹੋ ਸਕਦਾ ਹੈ ਉਹ ਪੁੱਤਰ ਦੇ ਰੂਪ 'ਚ ਮਿਲਣ, ਹੋ ਸਕਦਾ ਹੈ ਉਹ ਧੀ ਦੇ ਰੂਪ ਦੇ ਵਿੱਚ ਉਹ ਜਨਮ ਲਵੇ। ਜਿਹੜਾ ਦੁਖੀ ਹੋ ਕੇ ਮਰਿਆ ਸੀ, ਕਲਪ ਕੇ ਮਰਿਆ ਸੀ, ਰੋ ਰੋ ਕੇ ਮਰਿਆ ਸੀ, ਪੀੜਾ ਦੇ ਵਿੱਚ ਮਰਿਆ ਸੀ, ਤੇ ਜਦੋਂ ਪੁੱਤ ਬਣ ਕੇ ਜਨਮ ਲਿਆ ਉਹਨੇ, ਧਿਆਨ ਦੇਣਾ, ਹੁਣ ਉਹਨੇ ਆਪਣਾ ਹਿਸਾਬ ਪੂਰਾ ਕਰਨਾ ਹੈ। ਤੂੰ ਜਿੰਨਾ ਰਵਾਇਆ ਸੀ, ਜਿੰਨਾ ਕਲਪਾਇਆ ਸੀ ਨਾ, ਉਹਨਾਂ ਹੁਣ ਉਹ ਪੁੱਤ ਤੈਨੂੰ ਕਲਪਾ ਰਿਹਾ। ਆਖੋ ਸਤਨਾਮ। ਆ ਕਈ ਬੰਦੇ ਆਪਣੇ ਪੁੱਤ ਤੋਂ ਕਲਪੇ ਤੇ ਕਈ ਵਾਰੀ ਮਾਵਾਂ ਨੂੰ ਕਹਿੰਦੇ ਆ, ਹਾਲਾਂਕਿ ਮਾਂ ਦਾ ਦਿਲ ਕਦੇ ਨਹੀਂ ਬੋਲ ਸਕਦਾ, ਕਦੇ ਨਹੀਂ, ਪਰ ਸੁਣਿਆ, ਇਹ ਬੋਲਦਿਆਂ ਸੁਣਿਆ ਕਿ ਤੂੰ ਜੰਮਦਿਆਂ ਹੀ ਕਿਉਂ ਨਾ ਮਰ ਗਿਆ। ਆਖੋ ਸਤਨਾਮ। ਮਾਂ ਬੋਲ ਸਕਦੀ, ਮਾਂ ਇੰਨੀ ਗੱਲ ਬੋਲ ਸਕਦੀ ਜੰਮਦਿਆਂ ਕਿਉਂ, ਪਰ ਉਹਦੀ ਕਰਤੂਤਾਂ ਐਸੀ, ਇੰਨਾ ਉਹਨੇ ਦੁਖੀ ਕਰ ਦਿੱਤਾ, ਇੰਨਾ ਪਰੇਸ਼ਾਨ ਕਰ ਦਿੱਤਾ। ਉਹ ਕਹਿੰਦੇ ਤੂੰ ਜੰਮਦਿਆਂ ਮਰ ਕਿਉਂ ਨਾ ਗਿਆ, ਪਿਓ ਦੀ ਪੱਗ ਲਾਤੀ, ਇੰਨਾ ਨੁਕਸਾਨ, ਤੂੰ ਮਾਰੀ ਕਿਉਂ, ਤੂੰ ਮਰ ਜਾਂਦਾ ਚੰਗਾ ਸੀ। ਉਹ ਕਹਿੰਦਾ ਹਾਲੇ ਥੋੜੀ ਨਾ ਮਰਨਾ ਮੈਂ, ਹਾਲੇ ਥੋੜੀ ਨਾ ਮਰਨਾ, ਹਾਲੇ ਤਾਂ ਕਰਜ਼ਾ ਬਾਕੀ ਹੈ। ਆਖੋ ਸਤਨਾਮ, ਹਾਲੇ ਤਾਂ ਕਰਜ਼ਾ ਬਾਕੀ। ਮੈਨੂੰ ਇੱਕ ਸਾਖੀ ਯਾਦ ਆ ਗਈ ਜਿੱਥੋਂ ਅਸਪਸ਼ਟ ਹੋ ਜਾਏਗੀ ਗੱਲ। ਬਾਜਾਂ ਵਾਲੇ ਦੇ ਦਰਬਾਰ ਦੇ ਵਿੱਚ ਇੱਕ ਸਿੰਘ ਸੇਵਾ ਕਰਿਆ ਕਰਦਾ ਸੀ, ਚੋਰ ਬਰਦਾਰ ਦੀ। ਬਾਜਾਂ ਵਾਲੇ ਨੂੰ ਚੋਰ ਸਾਹਿਬ ਦੀ ਸੇਵਾ ਕਰਿਆ ਕਰਦਾ, ਘਰ ਪੁੱਤਰ ਨਹੀਂ। ਕਾਫੀ ਸਾਲ ਲੰਘ ਗਏ, ਘਰ ਵਾਲੀ ਉਹਨੂੰ ਕਹਿਣ ਲੱਗੀ, ਕਹਿੰਦੇ ਤੁਸੀਂ ਗੁਰੂ ਸਾਹਿਬ ਦੇ ਇੰਨੇ ਨੇੜੇ ਹੋ, ਬਾਜਾਂ ਵਾਲੇ ਦੇ ਇੰਨੇ ਨੇੜੇ ਹੋ, ਤੇ ਕਿਉਂ ਨਹੀਂ ਪੁੱਤਰ ਮੰਗਦੇ? ਬਾਜਾਂ ਵਾਲੇ ਤਾਂ ਸਭ ਕੁਝ ਦੇ ਸਕਦੇ ਨੇ, ਸਭ ਕੁਝ ਬਾਜਾਂ ਵਾਲੇ ਦੇ ਹੱਥ 'ਚ, ਤੁਸੀਂ ਕਿਉਂ ਨਹੀਂ ਮੰਗਦੇ? ਕਹਿੰਦੇ ਮੈਨੂੰ ਝਿਜਕ ਆਂਦੀ ਹੈ ਦੁਨਿਆਵੀ ਚੀਜ਼ ਮੰਗਾ, ਆ ਮੋਹ ਮਾਇਆ ਵਾਲੀ ਚੀਜ਼ਾਂ ਮੰਗਾ। ਕਹਿੰਦੇ ਸਰਦਾਰ ਜੀ
ਇਹ ਵੀ ਸੰਸਾਰ ਦੇ ਨਾਲ ਗੰਢ ਪੈਣੀ ਜ਼ਰੂਰੀ ਹੈ। ਮੇਰੀ ਬੇਨਤੀ, ਤੁਸੀਂ ਬਾਜਾਂ ਵਾਲੇ ਦੇ ਐਡੇ ਨੇੜੇ ਹੋ, ਚੋਰ ਬਰਦਾਰ ਹੋ, ਤੁਸੀਂ ਕਿਉਂ ਨਹੀਂ ਮੰਗਦੇ? ਮੰਗੋ। ਘਰ ਵਾਲੀ ਦੇ ਕਹੇ ਤੇ, ਸਿੰਘਣੀ ਦੇ ਕਹੇ ਤੇ ਬਾਜਾਂ ਵਾਲੇ ਕੋਲ ਉਹ ਚਲਾ ਗਿਆ। ਚੌਰ ਸਾਹਿਬ ਦੀ ਸੇਵਾ ਤੋਂ ਵਿਹਲੇ ਹੋ ਕੇ ਨਾ ਜਦੋਂ ਸਤਿਗੁਰ ਦੇ ਸਨਮੁਖ ਹੋਇਆ, ਗਲ 'ਚ ਹਜੂਰੀਆ ਪਾਇਆ, ਹੱਥ ਜੋੜ ਕੇ ਬਿਨੇ ਕੀਤੀ। ਪਾਤਸ਼ਾਹ ਕਹਿੰਦੇ, ਸਿੱਖਾ ਕੀ ਚਾਹੀਦਾ? ਕੀ ਚਾਹੀਦਾ? ਕਹਿੰਦੇ, ਪਾਤਸ਼ਾਹ ਸਿਫਤੀ ਗੰਢ ਪਵੈ ਦਰਬਾਰ। ਤੁਸੀਂ ਸਿਫਤਾਂ ਦੇ ਨਾਲ ਗੰਢ ਪਾਈ ਹੋਈ ਹੈ, ਆਪਣੇ ਚਰਨਾਂ ਨਾਲ ਗੰਢ ਪਾਈ। ਪੁੱਤਰ ਦੀ ਸਿੱਖ ਹੈ, ਇੱਕ ਔਲਾਦ ਜੇ ਹੋ ਜਾਵੇ, ਸੰਸਾਰ ਨਾਲ ਵੀ ਮੇਰੀ ਗੰਢੀ ਜਾਵੇ। ਮਹਾਰਾਜ 2 ਮਿੰਟ ਚੁੱਪ ਕਰ ਗਏ ਤੇ 2 ਮਿੰਟ ਚੁੱਪ ਕਰਕੇ ਕਹਿੰਦੇ, ਹੱਥ ਏਦਾਂ ਹਵਾ 'ਚ ਮਾਰ ਕੇ ਕਹਿੰਦੇ ਹਾਲੇ ਨਹੀਂ। ਆਖੋ ਸਤਨਾਮ। ਆਉਂ ਹੱਥ ਮਾਰ ਕੇ ਕਹਿੰਦੇ ਹਾਲੇ ਨਹੀਂ। ਕਹਿੰਦੇ ਜੀ ਸੱਚ। ਘਰ ਆ ਗਏ। ਥੋੜਾ ਚਿਰ ਲੰਘਿਆ, ਸਿੰਘਣੀ ਨੇ ਫਿਰ ਬੇਨਤੀ ਕੀਤੀ ਸਿੰਘ ਨੂੰ। ਕਹਿੰਦੇ ਤੁਸੀਂ ਜਾਓ ਮੰਗੋ। ਉਹ ਕਹਿੰਦੇ ਭਗਵਾਨ ਨੇ ਮਸਾਂ ਮੈਂ ਇੱਕ ਵਾਰੀ ਮੰਗਿਆ, ਮਹਾਰਾਜ ਨੇ ਕਿਹਾ ਹਾਲੇ ਨਹੀਂ, ਜਦੋਂ ਮੌਜ ਬਣੇਗੀ ਦੇ ਦੇਣਗੇ, ਕਾਹਨੂੰ ਆਪਾਂ ਜਿੱਦ ਕਰਨੀ। ਕਹਿੰਦੇ ਨਹੀਂ, ਹਰ ਬੀਬੀ ਨੂੰ ਸ਼ੌਂਕ ਹੁੰਦਾ ਹੈ ਮੇਰੇ ਕੁੱਖ 'ਚ ਬਾਲ ਖੇਡੇ। ਔਂਤਰੀ ਨਹੀਂ ਜਾਣਾ ਚਾਹੁੰਦੀ ਉਹ ਬੀਬੀ। ਦੁਨੀਆ 'ਚ ਬੜਾ ਵੱਡਾ ਦਾਗ ਹੈ ਬੀਬੀ ਦੇ ਉੱਪਰ, ਜਿਹਦੀ ਕੁੱਖ 'ਚ ਬੱਚਾ ਨਾ ਖੇਡੇ। ਔਂਤਰੀ ਦਾ ਬੜਾ ਵੱਡਾ ਦਾਗ। ਉਹ ਕਹਿੰਦੀ ਮੇਰੇ ਗੋਦੀ 'ਚ ਮੈਂ ਬਾਲ ਖੇਡਣਾ ਚਾਹੁੰਦੀ, ਮੈਂ ਖੇਡਣਾ ਦੇਖਣਾ ਚਾਹੁੰਦੀ ਹਾਂ, ਤੁਸੀਂ ਕਿਰਪਾ ਕਰੋ। ਕੁਝ ਦਿਨ ਲੰਘੇ ਤੇ ਫਿਰ ਚਲਾ ਗਿਆ। ਜਦੋਂ ਚੌਰ ਸਾਹਿਬ ਦੀ ਸੇਵਾ ਤੋਂ ਵਿਹਲਾ ਹੋਇਆ ਨਾ, ਤੇ ਫਿਰ ਆ ਕੇ ਖੜਾ ਹੋ ਗਿਆ। ਪਾਤਸ਼ਾਹ ਕਹਿੰਦੇ ਦੱਸੋ? ਕਹਿੰਦੇ ਮਹਾਰਾਜ ਕਿਰਪਾ ਕਰ ਦਿਓ, ਘਰ ਔਲਾਦ ਨਹੀਂ ਬਖਸ਼ਿਸ਼ ਕਰ। ਮਹਾਰਾਜ ਨੇ ਫਿਰ ਹਵਾ 'ਚ ਹੱਥ ਮਾਰਦਿਆਂ ਕਿਹਾ, ਕਹਿੰਦੇ ਹਾਲੇ ਨਹੀਂ। ਆਖੋ ਸਤਨਾਮ। ਚੁੱਪ ਕਰਕੇ ਵਾਪਸ ਆ। ਘਰ ਵਾਲੀ ਨੂੰ ਕਿਹਾ, ਬਈ ਤੈਨੂੰ ਕਿਹਾ ਸੀ ਹਾਲੇ। ਹੁਣ ਇੰਨੇ ਦਿਨਾਂ ਦੇ ਵਿੱਚ ਘਰ ਵਾਲੀ ਦੇ ਕੋਲ ਬੜੀਆਂ ਬੀਬੀਆਂ ਨੇ ਆ ਕੇ ਉਹਦੇ ਕੰਨ ਭਰ ਦਿੱਤੇ। ਕਹਿੰਦੇ ਤੇਰਾ ਸਿੰਘ ਬਾਜਾਂ ਵਾਲੇ ਦੇ ਦਰਬਾਰ 'ਚ ਸੇਵਾ ਕਰ। ਕਿਹਾ ਜਾਂਦਾ ਪੂਰੇ ਨੇ, ਪੂਰੇ ਨੇ, ਉਹ ਸਭ ਕੁਝ ਦੇ ਸਕਦੇ, ਕਰਮਾਂ 'ਚ ਨਹੀਂ ਉਹ ਵੀ ਦੇ ਸਕਦੇ। ਤੇਰੇ ਕਰਮਾਂ 'ਚ ਨਹੀਂ ਤੇ ਕਿਉਂ ਨਹੀਂ ਦਿੰਦੇ? ਕਿਉਂ ਨਹੀਂ ਦਿੰਦੇ? ਅਵਲ ਤਾਂ ਤੇਰੇ ਕਰਮਾਂ 'ਚ ਹੋਣਾ ਚਾਹੀਦਾ, ਜੇ ਨਹੀਂ ਹੈ ਤੇ ਤੁਸੀਂ ਕਹਿੰਦੇ ਹੋ ਬਾਜਾਂ ਵਾਲੇ ਦੇ, ਫਿਰ ਕਿਉਂ ਨਹੀਂ ਦਿੰਦੇ? ਉਹ ਇੰਨੀਆਂ ਗੱਲਾਂ ਕਰ ਕਰਕੇ ਨਾ ਉਹਨੂੰ ਅਸ਼ਰਦਕ ਬਣਾ ਦਿੰਦਾ ਬੀਬੀ ਨੂੰ। ਯਾਦ ਰੱਖਣਾ, ਸਭ ਤੋਂ ਮਨਹੂਸ ਦਿਨ ਉਹ ਹੈ ਜਿਸ ਦਿਨ ਆਪਣੇ ਇਸ਼ਟ ਦੇ ਉੱਪਰ, ਆਪਣੇ ਮਾਲਿਕ ਦੇ ਉੱਪਰ ਤਰੇੜੀ ਆ ਜਾਏ। ਆਖੋ ਸਤਨਾਮ। ਸਭ ਤੋਂ ਮਨਹੂਸ ਦਿਨ ਹੈ ਜਿਸ ਦਿਨ ਮੇਰੇ ਮਾਲਕ ਪ੍ਰਤੀ ਮੇਰੀ ਤਰੇੜੀ ਪੈ ਜਾਏ। ਅਰਦਾਸ ਕਰੋ ਸੱਚਿਆ ਪਾਤਸ਼ਾਹ, ਉਹ ਦਿਨ ਆਉਣ ਤੋਂ ਪਹਿਲੇ ਪਹਿਲੇ ਆ ਸਰੀਰ ਤੋਂ ਜਿੰਦ ਕੱਢ ਲਈ, ਕੱਢ ਲਈ ਜਿੰਦ। ਮੈਂ ਨਹੀਂ ਚਾਹੁੰਦਾ ਉਹ ਦਿਨ ਵੇਖਾਂ ਜਿਸ ਦਿਨ ਦੇ ਵਿੱਚ ਤੇਰੇ ਤੇ ਤਰੇੜੀ, ਤੇਰੇ ਤੇ ਤਰੇੜੀ, ਤੇਰੇ। ਬਾਬਾ ਫਰੀਦ ਜੀ ਖੁੱਲੇ ਪੱਧਰ ਤੇ ਇੱਕ ਗੱਲ ਕਹਿੰਦੇ, ਪਤਾ ਕੀ ਕਹਿੰਦੇ? ਕਹਿੰਦੇ ਬਾਰ ਪਰ ਆਈਏ ਬੈਸਣਾ ਸਾਈਂ ਮੁਝੇ ਨਾ ਦੇ। ਨਾ ਨਾ, ਮੈਨੂੰ ਨਾ ਦੇਈ, ਮੈਨੂੰ ਪਰਾਈ ਬੈਸਣ ਨਾ ਦੇਈ। ਪਰ ਜੇ ਮੇਰੇ ਭਾਗਾਂ 'ਚ ਲਿਖਿਆ ਨਾ ਪਰਾਈ ਬੈਸਣ 'ਚ ਜਾਣਾ, ਠੀਕ ਹੈ ਮਾਲਕਾ, ਜੇ ਲਿਖੀ ਦਿੱਤਾ ਹੀ ਨਾ ਪਰਾਈ ਜਗ੍ਹਾ ਤੇ ਜਾ ਕੇ ਬਹਿਣਾ ਤੇ ਦੂਜੇ ਦਰ ਕੋਲੋਂ ਮੰਗਣਾ, ਤੇ ਇੱਕ ਮੇਰੀ ਬੇਨਤੀ ਆ ਤਾਂ ਮੰਨ ਲਏਗਾ ਨਾ? ਆ ਤਾਂ ਮੰਨ ਲਏਗਾ। ਇੱਕ ਮੇਰੀ ਬੇਨਤੀ ਆ, ਉਸ ਦਰ ਤੇ ਬੈਠਣ ਤੋਂ ਪਹਿਲਾਂ ਪਹਿਲਾਂ ਮੇਰੀ ਜਿੰਦ, ਮੇਰਾ ਜੀਓ ਇਸ ਸ਼ਰੀਰੋਂ ਲੈ ਲਈ। ਆਖੋ ਸਤਨਾਮ। ਵਾਹ। ਬਾਬਾ ਫਰੀਦ ਜੀ ਕਹਿੰਦੇ ਬਾਰ ਪਰਾਈਏ ਬੈਸਣਾ ਸਾਈਂ ਮੁਝੇ ਨਾ ਦੇ। ਜੇ ਤੂੰ ਐਵੇਂ ਰੱਖ ਸੀ, ਠੀਕ ਹੈ, ਇਦਾਂ ਹੀ ਰੱਖਣਾ, ਇਦਾਂ ਹੀ। ਫਿਰ ਇੱਕ ਕੰਮ ਕਰ, ਜੀਓ ਸਰੀਰੋਂ ਲੈ, ਫਿਰ ਲੈ ਲੈ ਜਿੰਦ। ਉਹ ਦਰ ਤੇ ਜਾਣ ਤੋਂ ਪਹਿਲਾਂ ਮੇਰੀ ਜਿੰਦ ਕੱਢ ਲੈ, ਕੱਢ ਲੈ। ਬੜਾ ਮਨਹੂਸ ਦਿਨ ਉਹ ਹੁੰਦਾ ਹੈ ਜਿਸ ਦਿਨ ਆਪਣੇ ਇਸ਼ਟ ਪ੍ਰਤੀ ਤਰੇੜੀ ਆ ਜਾਏ।
बीबी दे त्रेड़ी पैनी शुरू हो गई। फलानी थां ते चल, उथे दीवा बालीए, बड़ियां मुरादां पूरियां होंदियां। फलाने पीर दे कोल चल, उथे मुरादां पूरियां होंदियां। वो कहती नहीं, सानू हुक्म नहीं है फलानी थां ते एवें किते जाण दी। पर मन च त्रेड़ी पैनी शुरू। कुछ दिन लंघे ने, अपने आदमी नूं फिर कहंदी सरदार जी एक बारी फिर बाजां वाले कोल मंगो। वो कहंदे भगवान ने तैनूं कहा ना, जदों दयालता दे घर च आण के दे देणगे। कहंदे नहीं देणगे, वो नहीं दे सकदे। आखो सतनाम। कहंदे नहीं देणगे, नहीं दे सकदे। जे दे सकदे होंदे ते हुण तक दे देंदे। तुसीं एडी नेड़े सेवा करदे हो, चोर बरदार हो, क्यों नहीं दिता तुहानूं? उन्हें भड़काना शुरू कर दिता अपने घर वाले। घर वाले दे अंदर भी जिहड़ी शरधा सी वो घटनी शुरू कि वाकई मैं एडी सेवा करदा, इन्नी सेवा करदा, बाजा वाले ने मेरा कहना नहीं मनिया। कई बार होंदा ना, असीं बहुत जदों सेवा करते होंदे ना ते कोई गल साडी मुराद ना पूरी होवे, इन्नी सेवा कीती की फल मिलिया? की फल मिलिया? घर घर ही छड़ जाने। वो सिख भी 2 मिनट सोचण लगा। कहंदे फिर मन नूं समझाया, नहीं नहीं पूरे ने, एतका मंगांगा जरूर देणगे, जरूर देणगे। चोर बरदार वो चोर साहब करके जदों रख के ना, जदों तुरन लगा, गल च पल्ला पा के झूरिया पा के मालक नूं बेनती करदा, साहिब कहंदे दसो। कहंदे पातशाह दात बख्शिश कर दे, घर पुत्र नहीं पुत्र बख्श दे। साहिब ने ओही गल हथ मार के हवा च गया। कहंदे हाले नहीं। आखो सतनाम। जदों कहना हाले नहीं, कहंदे जी सतमुच घर आ गया, घर आ गया। हुण मन पक्का हो गया कि एवें ही कहंदे ने सारे, वो नहीं दे सकते, नहीं दे सकते। जदों दूजी थां ते गए, मड़ियां ते मसाणियां ते दीवे बाले कबरां ते, लोकां दियां उथों मुरादां होणगियां पूरी। ਇਹ ਵੀ ਜਦੋਂ ਸਿੱਖ ਤੇ ਸਿੱਖ ਦੀ ਘਰ ਵਾਲੀ ਗਏ, ਜੋ ਕਰਮ ਕਰਨੇ ਉਹ ਕੀਤੇ। ਕੁਦਰਤ ਦੀ ਨੇਤ, ਹੁਣ ਧਿਆਨ ਦੇਣਾ, ਕੁਦਰਤ ਦੀ ਨੇਤ 1 ਸਾਲ ਬਾਅਦ ਇਹਨਾਂ ਘਰ ਬੱਚਾ ਹੋ ਗਿਆ। ਆਖੋ ਸਤਨਾਮ। ਬੱਚਾ ਹੋ ਗਿਆ। ਹੁਣ ਆਂਢ ਗੁਆਂਢ ਵਾਲਿਆਂ ਨੇ ਹੋਰ ਜਲੇ ਤੇ ਨਮਕ ਪਾਤਾ। ਕਹਿੰਦੇ ਵੇਖ 3 ਵਾਰੀ ਤੇਰਾ ਸਿੰਘ ਗਿਆ, ਹਾਲੇ ਨਹੀਂ, ਹਾਲੇ ਨਹੀਂ, ਹਾਲੇ ਨਹੀਂ। ਕਹਿੰਦੇ ਇੱਥੇ ਜਾਂਦਿਆਂ ਸਾਰ 1 ਮਿੰਟ ਜੋ ਪੀਰ ਜੀ ਨੇ ਕਿਰਪਾ ਕਰਤੀ ਨਾ, ਹੁਣ ਤਾਂ ਪੂਰੇ ਸ਼ਰਦਕ ਹੋ ਗਏ ਉਹ ਸਿੰਘ ਤੇ ਸਿੰਘ ਦੀ ਘਰ ਵਾਲੀ। ਉਹ ਕਹਿੰਦੇ ਐਵੇਂ ਹੀ ਇੰਨੀ ਸੇਵਾ ਕਰਦੇ ਰਹੇ, ਐਵੇਂ ਚੌਰ ਸਾਹਿਬ ਕਰਦੇ, ਐਵੇਂ ਕਰਦੇ ਰਹੇ, ਅਸੀਂ ਫਜ਼ੂਲ ਸੇਵਾ ਗਈ ਮੇਰੀ। ਉਹ ਹੁਣ ਸਾਧ ਜਦੋਂ ਬੱਚਾ ਮਿਲਿਆ, ਜਿਉਂ-ਜਿਉਂ ਬੱਚਾ ਵੱਡਾ ਹੋ ਰਿਹਾ, ਅੱਤ ਦਾ ਸ਼ਰਾਰਤੀ, ਅੱਤ ਦਾ ਨਖਿੱਧ, ਜਿਵੇਂ ਭੂਤ ਹੁੰਦਾ ਨਾ, ਭੂਤ ਨੱਕ 'ਚ ਦਮ ਕਰ ਦੇਣਾ। ਉਹ ਜਿਉਂ-ਜਿਉਂ ਵੱਡਾ ਹੋ ਰਿਹਾ, ਉਹਦੀ ਛੋਟੀ ਉਮਰ ਦੀਆਂ ਹਰਕਤਾਂ ਹੀ ਐਸੀਆਂ ਕਿ ਜਿਹੜੇ ਵੱਡੇ ਵੱਡੇ ਬੰਦਿਆਂ ਨੂੰ ਪਰੇਸ਼ਾਨ ਕਰ ਦਿੰਦੇ। ਕਦੇ ਜਾਂਦਾ ਕਿਸੇ ਨੂੰ ਇੱਟ ਮਾਰ ਆਉਂਦਾ, ਕਦੇ ਜਾਂਦਾ ਕਿਸੇ ਦਾ ਸਿਰ ਪਾੜ ਆਉਂਦਾ, ਕਦੇ ਆਹ ਕਰ ਦਿੰਦਾ। ਹਰ ਰੋਜ਼ ਸ਼ਿਕਾਇਤਾਂ, ਹਰ ਰੋਜ਼ ਸ਼ਿਕਾਇਤ। ਮਾਂ ਨੂੰ ਪਿਓ ਨੂੰ ਪਰੇਸ਼ਾਨ ਕਰ ਦਿੰਦਾ। ਉਹ ਜਿਉਂ-ਜਿਉਂ ਬੱਚਾ ਵੱਡਾ ਹੋ ਰਿਹਾ, ਉਹਦੀਆਂ ਸ਼ਰਾਰਤਾਂ ਵੱਡੀਆਂ ਹੁੰਦੀਆਂ ਜਾ ਰਹੀਆਂ। ਇੱਕ ਦਿਨ ਵੀ ਉਹਦੇ ਜੰਮਣ ਤੋਂ ਬਾਅਦ, ਇੱਕ ਦਿਨ ਵੀ ਉਹਦੇ ਮਾਪਿਆਂ ਨੇ ਸੁੱਖ ਦਾ ਸਾਹ ਨਹੀਂ ਲਿਆ ਉਹਦੇ ਪ੍ਰਤੀ। ਆਖੋ ਸਤਨਾਮ। ਇੰਨਾ ਕਲਪਾਇਆ, ਇੰਨਾ ਰਵਾਇਆ। ਜੋ ਕੁਝ ਉਹਦੇ ਕੋਲ ਸੀ, ਸਿੱਖ ਦੇ ਕੋਲ ਸਭ ਕੁਝ ਜੂਏ ਦੇ ਵਿੱਚ ਇੱਧਰ ਉੱਧਰ ਲੁਟਾ, ਕੰਗਾਲ ਕਰਕੇ ਰੱਖ ਦਿੱਤਾ। ਸਾਰੇ ਪਾਸੇ ਉਹਦੀ ਬਦਨਾਮੀ। ਜਦੋਂ ਮੁੰਡਾ ਚੜ੍ਹਦੀ ਜਵਾਨੀ 'ਚ ਆਇਆ ਨਾ, ਧਿਆਨ ਨਾਲ ਸੁਣਿਓ, ਜਦੋਂ ਮੁੰਡਾ ਚੜ੍ਹਦੀ ਜਵਾਨੀ 'ਚ ਆਇਆ, ਚੜ੍ਹਦੀ ਜਵਾਨੀ ਦੇ ਉਸ ਮੁੰਡੇ ਦੀ ਮੌਤ ਹੋ ਗਈ। ਆਖੋ ਸਤਨਾਮ। ਚੜ੍ਹਦੀ ਜਵਾਨੀ 'ਚ ਮੁੰਡੇ ਦੀ ਮੌਤ ਹੋ ਗਈ। ਮਾਂ ਦੀ ਤਾਂ ਆਂਦਰਾਂ ਮੂੰਹ ਨੂੰ ਆ ਗਈ। ਚੜ੍ਹਦੀ ਜਵਾਨੀ ਦਾ ਮੁੰਡਾ, ਕੱਲਾ ਕੱਲਾ ਮੁੰਡਾ ਸਰੀਰ ਤੇ ਆ ਗਿਆ, ਉਹ ਬਾਹਰ ਨਿਕਲ ਗਈ। ਉਹ ਦੋਨੋਂ ਸਾਧ ਸੰਗਤ ਸੁਣ, ਇਹ ਕੀ ਬਣ ਗਿਆ ਸਰ? ਮਾਂ ਹੱਟੇ ਹੀ ਨਾ ਰੋਣ।
ਕੋਲ ਲਾਸ਼ ਪਈ, ਪਿੱਠ ਕੁਲਟਾ ਪਾ ਦਿੱਤਾ, ਪੂਰਾ ਇਲਾਕਾ ਇਕੱਠਾ ਹੋਇਆ ਪਿਆ ਵੀ ਬੜਾ ਮਾੜਾ ਹੋਇਆ, ਬੜਾ ਮਾੜਾ। ਇੱਕਦਮ ਹੋਸ਼ ਆਈ ਉਸ ਸਿੱਖਣੀ ਨੂੰ, ਇੱਕਦਮ ਹੋਸ਼ ਆਈ ਸਿੱਖ ਦੀ ਘਰਵਾਲੀ ਨੂੰ। ਉਹ ਕਹਿੰਦੀ ਹੈ ਜੋ ਵੀ ਹੋਣ ਬਾਜਾਂ ਵਾਲੇ ਕਿਤੇ ਨਾ ਕਿਤੇ ਪੂਰੇ ਨੇ, ਆਖੋ ਸਤਨਾਮ। ਬੜੀਆਂ ਐਸੀਆਂ ਗੱਲਾਂ ਸੁਣੀਏ ਕਿ ਮ੍ਰਿਤਕ ਕੋ ਜੀਵਾਲਣ ਹਾਰ, ਆਖੋ ਸਤਨਾਮ। ਸਤਿਗੁਰ ਮੇਰਾ ਮਾਰ ਜੀਵਾਲੈ। ਇਹ ਸੁਣਿਆ ਤਾਂ ਸੀ ਨਾ, ਬਾਣੀ ਦਾ ਪਾਠ ਕਰਦੀ ਸਨ। ਕਹਿੰਦੇ ਸਰਦਾਰ ਜੀ ਚੱਕੋ ਚੱਕੋ ਮੁੰਡੇ ਨੂੰ, ਲੈ ਚਲੋ ਬਾਜਾਂ ਵਾਲੇ ਕੋਲ ਚੱਕੋ। ਹੁਣ ਉਹੀ ਇਹਨੂੰ ਵਾਪਸ ਕਰ ਸਕਦੇ ਸਨ। ਜਦੋਂ ਦਰਬਾਰ 'ਚ ਲੈ ਕੇ ਆਏ, ਰੋਣਾ ਪਿੱਟਣਾ ਪਾਇਆ। ਸਾਹਿਬ ਕਹਿਣ ਲੱਗੇ, ਕਹਿੰਦੇ ਸਿੰਘਾ ਕੀ ਹੋਇਆ, ਕੀ ਹੋਇਆ? ਜਦੋਂ ਦਾ ਗਿਆ ਮੁੜ ਕੇ ਤੂੰ ਆਇਆ ਹੀ ਨਹੀਂ, ਇੰਨੇ ਸਾਲ ਹੋ ਗਏ ਮੁੜ ਕੇ ਤੂੰ ਆਇਆ ਹੀ ਨਹੀਂ, ਹੁਣ ਕਿਉਂ ਆਇਆ? ਔਰ ਇਹ ਮੁੰਡਾ ਕਹਿੰਦੇ ਮਹਾਰਾਜ ਫਲਾਣੀ ਥਾਂ ਤੋਂ ਇਹ ਮੁੰਡਾ ਮੈਨੂੰ ਮਿਲਿਆ। ਫਿਰ ਕਹਿੰਦੇ ਜੀ ਚੜ੍ਹਦੀ ਜਵਾਨੀ 'ਚ ਚਲਾ ਗਿਆ। ਤੁਸੀਂ ਕਿਰਪਾ ਕਰੋ, ਤੁਸੀਂ ਸਭ ਕੁਝ ਕਰ ਸਕਦੇ ਹੋ। ਕਹਿੰਦੇ ਅਸੀਂ ਕੀ ਕਰ ਸਕਦੇ ਹੋ ਭਾਈ? ਨਹੀਂ ਤੁਸੀਂ ਸਭ ਕੁਝ ਕਰ ਸਕਦੇ ਹੋ, ਮੇਰਾ ਬੱਚਾ ਮੈਨੂੰ ਵਾਪਸ ਕਰ। ਸਾਹਿਬ ਕਹਿੰਦੇ ਜੋ ਵਿਧੀ ਦਾ ਵਿਧਾਨ ਹੈ, ਜੋ ਅਕਾਲ ਪੁਰਖ ਦੀ ਮੌਜ ਹੈ, ਉਹਦੀ ਮੌਜ ਦੇ 'ਚ ਅਸੀਂ ਖੱਲੜ ਨਹੀਂ ਪਾ ਸਕਦੇ। ਨਹੀਂ ਮਹਾਰਾਜ, ਨਹੀਂ ਤੁਸੀਂ ਕਿਰਪਾ। ਕਹਿੰਦੇ ਇਹ ਲੈਣ ਦੇਣ ਦੇ ਸੰਬੰਧ ਸਨ, ਇਹ ਸੰਬੰਧ ਖਤਮ ਹੋ ਗਏ, ਉਹ ਚਲਾ ਗਿਆ, ਉਹ ਸਮਝਣ ਤੇ ਹੀ ਨਾ ਆਣ। ਕਹਿੰਦੇ ਠੀਕ ਹੈ, ਫਿਰ ਜਦੋਂ ਇਹ ਤੁਹਾਨੂੰ ਸਮਝਾਏਗਾ ਉਦੋਂ ਤੁਹਾਨੂੰ ਸਮਝ ਲੱਗੇਗੀ। ਥੋੜੇ ਚਿਰਾਂ ਵਾਸਤੇ ਇਹਨੂੰ ਬੁਲਾ ਲੈਨੇ ਆ, ਆਖੋ ਸਤਨਾਮ। ਥੋੜੇ ਚਿਰਾਂ ਵਾਸਤੇ ਇਹਨੂੰ ਬੁਲਾ ਲੈਨੇ ਆ, ਤੁਹਾਡੀ ਸੰਸਾ ਨਿਵਰਤ ਹੋ ਜਾਏਗੀ। ਇਹ ਕੌਣ ਸੀ, ਕਿੱਥੋਂ ਆਇਆ ਤੇ ਕਿਉਂ ਆਇਆ ਸੀ? ਭਾਈ ਦਇਆ ਸਿੰਘ ਜੀ, ਜੀ ਮਹਾਰਾਜ ਰੁਮਾਲ ਗਿੱਲਾ ਕਰਕੇ ਲਿਆ, ਲਿਆਂਦਾ, ਪਾਣੀ ਦਾ ਛੱਟਾ ਮਾਰਿਆ। ਜਦੋਂ ਕਿਹਾ ਜਾਗ ਭਾਈ, ਉਹ ਬੱਚਾ ਖੜਾ ਹੋ ਗਿਆ। ਜਦੋਂ ਖੜਾ ਹੋਇਆ, ਮਾਂ ਭੱਜੀ ਉਹਦੇ ਵੱਲ, ਪਿਓ ਭੱਜਿਆ, ਮੇਰਾ ਪੁੱਤ, ਮੇਰਾ ਪੁੱਤਰ, ਚੁੰਮੇ ਚੱਟੇ। ਉਹ ਬੱਚੇ ਨੇ ਵਗਾ ਕੇ ਮਾਰਿਆ, ਮਾਂ ਨੂੰ ਵਗਾ ਕੇ ਮਾਰਿਆ, ਪਿਓ ਨੂੰ ਹਟ ਪਾਸੇ। ਉਹ ਕਹਿੰਦੇ ਤੂੰ ਮੇਰਾ ਪੁੱਤਰ ਏ। ਕਹਿੰਦੇ ਕਿਹੜਾ ਪੁੱਤਰ? ਕਹਿੰਦੇ ਮੇਰੇ ਬੱਚਿਆ ਤੂੰ ਮੇਰਾ ਪੁੱਤਰ ਏ। ਕਹਿੰਦੇ ਕਿਹੜਾ ਪੁੱਤਰ? ਮੈਂ ਤੇਰੀ ਮਾਂ। ਕਹਿੰਦੇ ਕਿਹੜੀ ਮਾਂ? ਇਹ ਤੇਰਾ ਪਿਓ। ਕਹਿੰਦੇ ਕਿਹੜਾ ਪਿਓ? ਪਾਸੇ। ਉਹ ਮਹਾਰਾਜ ਵੱਲ ਵੇਖਣ, ਮਹਾਰਾਜ ਇਹ ਕੀ, ਇਹਨੂੰ ਕੀ ਹੋ ਗਿਆ, ਇਹਨੂੰ ਕੀ ਹੋ ਗਿਆ? ਕਹਿੰਦੇ ਅਸੀਂ ਨਹੀਂ ਦੱਸਾਂਗੇ, ਆਪੇ ਦੱਸ ਬਈ। ਕਹਿੰਦੇ ਮੈਂ ਤੁਹਾਡੇ ਕੋਲੋਂ ਹਿਸਾਬ ਪੂਰਾ ਕਰਨ ਲਈ ਆਇਆ ਸੀ, ਬਸ। ਮੈਂ ਕੋਈ ਤੁਹਾਡਾ ਪੁੱਤ ਨਹੀਂ, ਕੋਈ ਤੁਹਾਡਾ ਪੁੱਤ ਨਹੀਂ। ਤਾਂ ਲੈਣ ਦੇਣ ਦੇ ਸੰਬੰਧ ਸਨ। ਮੈਨੂੰ ਜੋ ਤੁਹਾਡੇ ਕੋਲ ਲੈਣਾ ਸੀ, ਜਿੰਨਾ ਲੈਣਾ ਸੀ ਮੈਂ ਲੈ ਲਿਆ। ਮੇਰਾ ਕਰਜ਼ਾ ਮੁੱਕ ਗਿਆ, ਮੈਂ ਲੈ ਕੇ ਤੁਰ ਪਿਆ। ਕਹਿੰਦੇ ਕਿਹੜਾ ਕਰਜ਼ਾ? ਉਹ ਪਿਓ ਕਹਿੰਦਾ ਕਿਹੜਾ ਕਰਜ਼ਾ? ਕਹਿੰਦਾ ਧਿਆਨ ਕਰ, ਧਿਆਨ ਕਰ। ਜਦੋਂ ਬਹੁਤ ਦੇਰ ਪਹਿਲੇ ਇੱਕ ਮਹਾਤਮਾ ਤੁਹਾਡੇ ਘਰ ਆਏ, ਉਸ ਮਹਾਤਮਾ ਨੇ ਖੁੰਡੀ ਪਕੜੀ ਹੋਈ ਸੀ। ਖੁੰਡੀ ਦੇ ਨੀਚੇ ਇੱਕ ਸੋਨੇ ਦੀ ਛੋਟੀ ਜੀ ਖੁੰਟੀ ਸੀ। ਤੇਰੀ ਘਰ ਵਾਲੀ ਆ ਜਿਹੜੀ ਖੜੀ ਹੈ, ਕਹਿੰਦੇ ਇਹਦੀ ਨੀਅਤ ਬੱਧ ਹੋ ਗਈ। ਇਹ ਤੈਨੂੰ ਕਹਿਣ ਲੱਗੀ ਕਿ ਆਪਾਂ ਇਹ ਖੁੰਟੀ ਉਤਾਰ ਲਈਏ ਖੁੰਡੀ 'ਚ। ਤੂੰ ਭਾਵੇਂ ਨਾ ਕਰਦਾ ਰਿਹਾ, ਪਰ ਇਹਦੇ ਕਹਿ ਤੇ, ਇਹਦੇ ਵਰਗਲਾਏ ਤੇ, ਇਹਦੇ ਭੜਕਾਏ ਤੇ ਤੂੰ ਇਹ ਅਪਰਾਧ ਕਰ ਦਿੱਤਾ। ਤੇ ਉਹ ਜਿਹੜੀ ਸੋਨੇ ਦੀ ਜਿਹੜੀ ਨੀਚੇ ਖੁੰਟੀ ਸੀਗੀ, ਉਹ ਤੂੰ ਲਾ ਲਈ ਤੇ ਆਪਣੇ ਕੋਲ ਰੱਖ ਲਈ। ਸਵੇਰ ਹੋਈ, ਜਦੋਂ ਉਹ ਮਹਾਤਮਾ ਤੁਰਨ ਲੱਗਾ, ਉਹਨੇ ਖੁੰਡੀ ਦੇਖੀ, ਸੋਨੇ ਦੀ ਖੁੰਟੀ ਗਏ। ਉਹਨੇ ਤੁਹਾਨੂੰ ਪੁੱਛਿਆ, ਦੱਸੋ ਉਹ ਖੁੰਟੀ ਕਿੱਥੇ? ਤੁਸੀਂ ਕਿਹਾ ਸਾਨੂੰ ਕੀ ਪਤਾ ਕਿੱਥੇ? ਉਹ ਕਹਿੰਦਾ ਸੱਚ ਸੱਚ ਦੱਸ ਦਿਓ, ਸੱਚ ਸੱਚ ਦੱਸ ਦਿਓ ਕਿੱਥੇ ਹੈ। ਕਹਿੰਦੇ ਇਹ ਕਿਸੇ ਦੀ ਅਮਾਨਤ ਹੈ ਮੇਰੇ ਕੋਲ, ਇਹ ਕਿਸੇ ਦੀ ਅਮਾਨਤ ਹੈ। ਮੈਂ ਬਦਨਾਮ ਹੋ ਜਾਵਾਂਗਾ, ਮੈਂ ਅਮਾਨਤ ਵਾਪਸ ਕਰਨੀ ਹੈ, ਮੇਰੇ ਤੇ ਦਾਗ ਲੱਗ ਜਾਏਗਾ। ਸੱਚ ਸੱਚ ਦੱਸ ਦਿਓ। ਉਹ ਕਹਿੰਦੇ ਤੁਸੀਂ ਸਾਨੂੰ ਚੋਰ ਠਹਿਰਾ ਰਹੇ ਹੋ, ਸਾਨੂੰ ਚੋਰ? ਨਾਲੇ ਤੁਹਾਨੂੰ ਅਸੀਂ ਰਾਤੀ ਠਹਿਰਾਇਆ, ਨਾਲੇ ਚੋਰ ਠਹਿਰਾ ਰਹੇ। ਕਹਿੰਦੇ ਤੁਸੀਂ
ਹੋਰ ਅਪਮਾਨ ਕਰਕੇ ਉਸ ਸਾਧੂ ਦਾ ਤੁਸੀਂ ਭੇਜ ਦਿੱਤਾ। ਤੇ ਜਾਂਦਿਆਂ ਜਾਂਦਿਆਂ ਉਸ ਮਹਾਤਮਾ ਨੇ ਕੀ ਕਿਹਾ ਸੀ? ਉਹਨੇ ਕਿਹਾ ਸੀ ਸੂਦ ਸਮੇਤ ਵਸੂਲ ਕਰਾਂਗਾ। ਆਖੋ ਸਤਨਾਮ। ਸੂਦ ਸਮੇਤ ਵਸੂਲ ਕਰਾਂਗਾ। ਇਹ ਕਹਿ ਕੇ ਚਲਾ ਗਿਆ। ਯਾਦ ਆਇਆ ਹੀ? ਕਹਿੰਦੇ ਆਇਆ। ਕਹਿੰਦੇ ਉਹ ਮਹਾਤਮਾ ਮੈਂ ਹੀ ਆ। ਆਖੋ ਸਤਨਾਮ। ਔਰ ਸੁਣ, ਕਹਿੰਦੇ ਔਰ ਸੁਣ ਧਿਆਨ ਦੇ ਨਾਲ। ਕਹਿੰਦੇ ਮੈਂ ਤਾਂ ਬੜੀ ਦੇਰ ਪਹਿਲੇ ਆਣਾ ਚਾਹੁੰਦਾ ਸੀ। ਕਹਿੰਦੇ ਜਦੋਂ ਤੂੰ ਆਪਣੀ ਘਰ ਵਾਲੀ ਦੇ ਕੇ ਤੇ ਬਾਜਾਂ ਵਾਲੇ ਕੋਲ ਆਇਆ, ਕਹਿੰਦੇ ਮੈਂ ਪ੍ਰਸੰਨ ਹੋ ਗਿਆ। ਮੈਂ ਪ੍ਰਸੰਨ ਹੋ ਗਿਆ ਕਿ ਬਾਜਾਂ ਵਾਲੇ ਨੇ ਕਹਿਣਾ ਠੀਕ ਹੈ, ਕਿਰਪਾ ਹੋ ਜੂ, ਬਸ ਇਹਨਾਂ ਨੇ ਮੁਖੋਂ ਕੱਢਣਾ, ਮੈਨੂੰ ਰਾਹ ਮਿਲ ਜਾਣਾ, ਮੈਂ ਤੇਰੀ ਘਰ ਵਾਲੀ ਦੇ ਗਰਭ 'ਚ ਆ ਜਾਣਾ। ਆਖੋ ਸਤਨਾਮ। ਕਹਿੰਦੇ ਸੱਚ ਕਵਾਂ, ਜਦੋਂ ਤੂੰ ਪੁੱਤਰ ਮੰਗਿਆ, ਕਹਿੰਦੇ ਮਹਾਰਾਜ ਨੇ ਹਵਾ 'ਚ ਹੱਥ ਮਾਰਿਆ ਸੀ ਨਾ ਕਿ ਹੱਲੇ ਨਹੀਂ। ਕਹਿੰਦੇ ਹਵਾ 'ਚ ਨਹੀਂ ਹੱਥ ਮਾਰਿਆ ਸੀ, ਮੈਂ ਤਿਆਰ ਖੜਾ ਸੀ ਆਉਣ ਦੇ ਲਈ। ਕਹਿੰਦੇ ਮੇਰੇ ਮੂੰਹ ਤੇ ਚਪੇੜ ਮਾਰੀ ਸੀ ਮਹਾਰਾਜ ਨੇ, ਹੱਟ ਪਾਸਿਓ ਹਾਲੇ ਨਹੀਂ, ਤੈਨੂੰ ਨਹੀਂ ਭੇਜਣਾ, ਮੇਰਾ ਸਿੰਘ ਹੈ ਇੱਥੇ ਨੇਕ ਰੂਹ ਭੇਜਣੀ ਆ। ਆਖੋ ਸਤਨਾਮ। ਕਹਿੰਦੇ ਮੇਰੇ ਮੂੰਹ ਤੇ ਚਪੇੜ ਮਾਰ ਕੇ ਮੈਨੂੰ ਪਾਸੇ ਕੀਤਾ, ਹੱਟ ਪਾਸਿਓ, ਤੇ ਤੈਨੂੰ ਕਿਹਾ ਹਾਲੇ ਨਹੀਂ। ਚੰਗੀ ਰੂਹ ਜਿਸ ਦਿਨ ਤੇਰੇ ਲਈ ਹੋਏਗੀ, ਤੇਰੇ ਘਰ ਵਾਲੀ ਦੇ ਗਰਭ ਦੇ ਵਿੱਚ ਭੇਜਾਂਗੇ, ਪਰ ਹਾਲੇ ਨਹੀਂ। ਆਖੋ ਸਤਨਾਮ। ਕਹਿੰਦੇ ਤੂੰ ਫਿਰ ਬਾਜ ਨਹੀਂ ਆਇਆ, ਤੂੰ ਫਿਰ ਬਾਜ ਨਹੀਂ ਆਇਆ। ਫਿਰ ਦੂਜੀ ਵਾਰੀ ਆ ਗਿਆ, ਮੈਨੂੰ ਫਿਰ ਚਾਂਸ ਮਿਲ ਗਿਆ, ਮੈਂ ਫਿਰ ਤਿਆਰੀ 'ਚ ਖੜਾ ਹੋ ਗਿਆ। ਕਹਿੰਦੇ ਮਹਾਰਾਜ ਨੇ ਉਦਾਂ ਹੀ ਮੇਰੇ ਮੂੰਹ ਤੇ ਕਹਿੰਦੇ ਦੂਸਰੀ ਵਾਰੀ ਥੱਪੜ ਮਾਰਿਆ। ਤੂੰ ਬਾਜ ਨਹੀਂ ਆਇਆ, ਤੂੰ ਤੀਸਰੀ ਵਾਰੀ। ਕਹਿੰਦੇ ਤੇਰੇ ਪਿੱਛੇ ਮੈਨੂੰ 3 ਵਾਰੀ ਮਾਰ ਖਾਣੀ ਪਈ। ਕਹਿੰਦੇ ਜਾਂ ਤੂੰ ਚਲਾ ਗਿਆ ਦੂਸਰੇ ਦਰ ਤੇ, ਮਣੀਆਂ ਤੇ ਮਸਾਣਾ ਤੇ, ਕਹਿੰਦੇ ਮੈਨੂੰ ਲੱਗੀ ਮੌਜ। ਕਹਿੰਦੇ ਬਸ ਹੁਣ ਕੀ ਸੀ, ਮਿੰਟ 'ਚ ਮੇਰਾ ਕੰਮ ਹੋ ਜਾਣਾ ਸੀ। ਕਹਿੰਦੇ ਤੂੰ ਗਿਆ, ਉਹਨੇ ਕਿਹਾ ਕਿਰਪਾ ਹੋ ਜੂ, ਉਸ ਪੀਰ ਨੇ ਕਿਹਾ ਕਿਰਪਾ ਹੋ ਜੂ, ਬਸ ਉਹਦੇ ਕਹੇ ਤੇ ਕਹਿੰਦੇ ਮੈਨੂੰ ਮੌਕਾ ਮਿਲ ਗਿਆ, ਮੈਂ ਗਰਭ 'ਚ ਆ ਗਿਆ। ਕੋ ਸਤਨਾਮ। ਕਹਿੰਦੇ ਮੇਰਾ ਜਿੰਨਾ ਹਿਸਾਬ ਸੀ, ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਸੁੱਖ ਨਹੀਂ ਦਿੱਤਾ, ਕਿਉਂਕਿ ਮੈਂ ਤੁਹਾਨੂੰ ਸੁੱਖ ਦੇਣ ਲਈ ਨਹੀਂ ਆਇਆ ਸੀ। ਧਿਆਨ ਦੇਣਾ। ਉਹ ਕਹਿੰਦੇ ਮੈਂ ਤੁਹਾਨੂੰ ਸੁੱਖ ਦੇਣ ਆਇਆ ਹੀ ਨਹੀਂ ਸੀ, ਤੁਸੀਂ ਪੁੱਤਰ ਪੁੱਤਰ ਕਰਦੇ ਰਹੇ, ਮੈਂ ਤੁਹਾਨੂੰ ਸੁੱਖ ਦੇਣ ਆਇਆ, ਮੈਂ ਤਾਂ ਤੁਹਾਨੂੰ ਕੁਲਪਾਣ ਆਇਆ ਸੀ, ਮੈਂ ਤੁਹਾਨੂੰ ਦੁੱਖ ਦੇਣ ਆਇਆ ਸੀ, ਮੈਂ ਤੁਹਾਨੂੰ ਰਵਾਣ ਆਇਆ ਸੀ, ਆਂਦਰਾਂ ਤੋਂ ਤੁਹਾਨੂੰ ਰਵਾਣਾ ਸੀ, ਕਿਉਂਕਿ ਤੁਸੀਂ ਮੈਨੂੰ ਆਂਦਰਾਂ ਤੋਂ ਰਵਾਇਆ ਸੀ। ਆਖੋ ਸਤਨਾਮ। ਕਿਉਂਕਿ ਮੈਂ ਸਾਧੂ, ਕਿਸੇ ਦੀ ਅਮਾਨਤ ਤੁਸੀਂ ਮੈਨੂੰ ਚੋਰ ਠਹਿਰਾ ਦਿੱਤਾ ਅੱਗੇ, ਮੇਰੇ ਇਸ ਚੋਲੇ ਤੇ ਦਾਗ ਲਵਾਤਾ ਅੱਗੇ। ਕਹਿੰਦੇ ਮੇਰੇ ਤੇ ਕਲੰਕ ਲੱਗ ਗਿਆ ਸੀ, ਕਿਸੇ ਨੂੰ ਤਾਂ ਨਹੀਂ ਪਤਾ ਸੀ ਨਾ, ਉਹ ਖੁੰਡੀ ਤੁਸੀਂ ਲਈ, ਮੇਰੇ ਤੇ ਕਲੰਕ, ਮੇਰੀ ਆਂਦਰਾਂ ਰੋ ਪਈਆਂ ਸਨ। ਕਹਿੰਦੇ ਆ ਵੇਖ ਹੁਣ ਤੁਹਾਡੀਆਂ ਆਂਦਰਾਂ ਬਚਪਨ ਤੋਂ ਲੈ ਕੇ ਹੁਣ ਤੱਕ ਰੋਂਦੀਆਂ, ਤੇ ਮੇਰਾ ਹਿਸਾਬ ਖਤਮ, ਮੈਂ ਤੁਰ ਗਿਆ, ਆਂਦਰਾਂ ਫਿਰ ਤੁਹਾਡੀਆਂ ਰੋਂਦੀਆਂ ਪਈਆਂ। ਆਖੋ ਸਤਨਾਮ। ਤੇ ਹੁਣ ਮੁੜ ਕੇ ਮੈਨੂੰ ਸੱਦਿਓ ਨਾ, ਇਹ ਤਾਂ ਮੈਂ ਮੁੜ ਕੇ ਆਣਾ ਹੀ ਨਹੀਂ ਸੀ, ਇਹ ਤਾਂ ਬਾਜਾਂ ਵਾਲੇ, ਇਹ ਕਰਤਾਰ ਨੇ, ਇਹਨਾਂ ਦੇ ਕਹੇ ਤੇ ਮੈਨੂੰ ਦੁਬਾਰਾ ਇੰਨੀ ਗੱਲ ਦੱਸਣ ਵਾਸਤੇ ਆਣਾ ਪਿਆ, ਨਹੀਂ ਤਾਂ ਤੁਹਾਡਾ ਮੂੰਹ ਤਾਂ ਮੈਂ ਕਦੇ ਵੀ ਨਾ ਵੇਖਦਾ। ਆਖੋ ਸਤਨਾਮ। ਸਾਧ ਸੰਗਤ ਜੀ ਹੁਣ ਸੋਚ ਲਓ, ਤੁਸੀਂ ਇਹ ਦੇਖ ਲਓ, ਜੋ ਕੁਝ ਤੁਹਾਨੂੰ ਚਾਹੀਦਾ ਦੂਸਰੇ ਦੇ ਕੋਲੋਂ, ਜੋ ਕੁਝ ਤੁਹਾਨੂੰ ਚਾਹੀਦਾ, ਬੰਦੇ ਨੂੰ ਕੀ ਚਾਹੀਦਾ ਹੁੰਦਾ? ਸੁੱਖ, ਸ਼ਾਂਤੀ, ਆਨੰਦ, ਖੇਡ, ਇਹੀ ਸਭ ਚੀਜ਼ਾਂ ਚਾਹੀਦੀਆਂ। ਉਹੀ ਚੀਜ਼ ਤੋਂ ਅੱਗੇ ਦੇ। ਆਖੋ ਸਤਨਾਮ। ਉਹੀ ਚੀਜ਼ ਤੋਂ ਅੱਗੇ ਦੇ। ਮਹਾਰਾਜ ਕੀ ਕਹਿੰਦੇ? ਮਨ ਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਮਨ ਦਾ ਚੰਗਾ ਮਨ ਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਮਨ ਦਾ ਚੰਗਾ ਆਪਣਾ। ਇੱਕ ਗੱਲ ਥੋੜੀ ਧਿਆਨ ਦੇਣਾ, ਆਪਾਂ ਇੱਕ ਬੱਚੀ ਵਾਸਤੇ ਇੰਨੀ ਗੱਲ ਕਹਿੰਦੇ ਆ ਕਿ ਇਹ ਬੱਚੀ ਬਹੁਤ ਪਿਆਰੀ, ਬੜੀ ਸਹਿਨਸ਼ੀਲਤਾ ਇਹਦੇ ਅੰਦਰ, ਬੜੀ ਸੁਲਝੀ, ਬੜੀ ਸਿਆਣੀ। ਇਹ ਜਿਸ ਘਰ 'ਚ ਜਾਏਗੀ ਉਸ ਘਰ ਨੂੰ ਸਵਰਗ ਬਣਾ ਦੇਗੀ।
ਕਈ ਵਾਰੀ ਆਪਾਂ ਕਹਿੰਦੇ ਨਾ ਉਹ ਬੱਚੀਆਂ ਨੂੰ ਵੇਖ ਕਹਿੰਦੇ ਇਹ ਸਵਰਗ ਬਣਾ ਦੇਗੀ। ਤੇ ਦੂਸਰੇ ਪਾਸੇ ਕਿਸੇ ਬੀਬੀ ਨੂੰ ਅਸੀਂ ਜਦੋਂ ਵੇਖਦੇ ਹਾਂ, ਉਹਦੇ ਸੁਭਾਅ ਨੂੰ ਵੇਖਦੇ ਹਾਂ, ਇੰਨਾ ਪਿਆਰਾ ਸੁਭਾਅ, ਇੰਨਾ ਦਿਆਲੂ ਸੁਭਾਅ, ਇੰਨਾ ਨੇਕ ਸੁਭਾਅ। ਅਸੀਂ ਉਹਦੇ ਬਾਰੇ ਵੀ ਇਹੀ ਗੱਲ ਕਹਿੰਦੇ ਹਾਂ ਕਿ ਜਿਹੜੀ ਵੀ ਇਹਦੇ ਘਰ ਨੂੰ ਬਣ ਕੇ ਆਏਗੀ ਰਾਜ ਕਰੇਗੀ। ਆਖੋ ਸਤਿਨਾਮ। ਅਸੀਂ ਕਹਿੰਦੇ ਹਾਂ ਕਿ ਜਿਹੜੀ ਵੀ ਇੱਥੇ ਆਏਗੀ ਰਾਜ ਕਰੇਗੀ। ਇੰਨਾ ਸੋਹਣਾ ਇਹਦਾ ਸੁਭਾਅ। ਹੁਣ ਉਹ ਕੁੜੀ ਜਿਹਦੇ ਬਾਰੇ ਕਿਹਾ ਜਾਂਦਾ ਸੀ ਜਿੱਥੇ ਜਾਏਗੀ ਸਵਰਗ ਬਣਾ ਦੇ, ਉਹ ਬੀਬੀ, ਉਹ ਸੱਸ ਜਿਹਦੇ ਬਾਰੇ ਕਿਹਾ ਜਾਂਦਾ ਸੀ ਕਿ ਇਹਦੇ ਘਰ ਜਿਹੜੀ ਨੂੰਹ ਆਏਗੀ ਰਾਜ ਕਰੇਗੀ, ਮौज ਕਰੇਗੀ, ਖੁਸ਼ੀਆਂ ਮਾਣੇਗੀ। ਕਹਿੰਦੇ ਜਦੋਂ ਉਹਨਾਂ ਦੋਨਾਂ ਦਾ ਸੰਬੰਧ ਹੋਇਆ, ਧਿਆਨ ਦੇਣਾ, ਉਹ ਬੱਚੀ, ਉਹ ਸੱਸ, ਬਾਕੀ ਘਰ ਦੇ ਜੀਆਂ ਨਾਲ ਤਾਂ ਬਹੁਤ ਚੰਗੀ, ਪਰ ਕਈ ਵਾਰੀ ਆਪਸ 'ਚ ਨਹੀਂ ਬਣਦੀ। ਆਖੋ ਸਤਿਨਾਮ। ਮੈਂ ਵੇਖਿਆ ਆਪਸ 'ਚ ਹੀ ਨਹੀਂ ਬਣਦੀ। ਉਹ ਬੱਚੀ ਦੀ ਸਹੁਰੇ ਦੇ ਨਾਲ ਬਣੇਗੀ, ਦੇਵਰ ਦੇ ਨਾਲ ਬਣੇਗੀ, ਜੇਠ ਦੇ ਨਾਲ ਬਣੇਗੀ, ਨਨਾਣ ਦੇ ਨਾਲ ਬਣੇਗੀ, ਸਭ ਨਾਲ ਬਣੇਗੀ, ਸੱਸ ਨਾਲ ਨਹੀਂ ਬਣਦੀ। ਸੱਸ ਦੀ ਸਭ ਨਾਲ ਬਣਦੀ ਪਈ, ਉਹ ਨੂੰਹ ਨਾਲ ਨਹੀਂ ਬਣਦੀ। ਉਸ ਕੁੜੀ ਬਾਰੇ ਕਿਹਾ ਜਾਂਦਾ ਸੀ ਕਿ ਬਈ ਇਹ ਜਿੱਥੇ ਜਾਏਗੀ ਸਵਰਗ ਬਣਾ ਦੇਗੀ। ਉਸ ਬੀਬੀ ਬਾਰੇ ਕਿਹਾ ਜਾਂਦਾ ਸੀ ਜਿਹੜਾ ਇਹਦੇ ਘਰ ਆਏਗੀ ਰਾਜ ਕਰੇਗੀ। ਪਰ ਹੋਇਆ ਕੀ, ਜਦੋਂ ਉਹ ਦੋਨੋਂ ਮਿਲੇ ਰਾਜ ਭਾਗ ਦੀਆਂ ਗੱਲ, ਉੱਥੇ ਕਲੇਸ਼ ਪੈ ਗਏ। ਕਿਉਂ? ਉਹ ਪਹਿਲੀ ਵਾਰੀ ਨਹੀਂ ਮਿਲ ਰਹੇ। ਧਿਆਨ ਦੇਣਾ, ਉਹ ਪਹਿਲੀ ਵਾਰੀ ਨਹੀਂ ਮਿਲ ਰਹੇ, ਉਹ ਪਿੱਛੇ ਮਿਲ ਚੁੱਕੇ ਨੇ। ਆਖੋ ਸਤਿਨਾਮ। ਉਹ ਪਿੱਛੇ ਮਿਲ ਚੁੱਕੇ ਨੇ। ਜੋ ਕੁਝ ਉਸ ਬੱਚੀ ਨੇ ਲੈਣਾ ਸੀ ਜਾਂ ਜੋ ਕੁਝ ਉਸ ਬੀਬੀ ਨੇ ਸੱਸ ਬਣ ਕੇ ਲੈਣਾ ਸੀ, ਉਹ ਬਸ ਹੁਣ ਲੈ ਰਹੀ, ਜਾਂ ਕਲਪਾ ਕੇ ਲੈ ਰਹੀ ਹੈ, ਜਾਂ ਰਵਾ ਕੇ ਰਹਿ ਰਹੀ ਹੈ, ਜਾਂ ਤੜਪਾ ਕੇ ਲੈ ਰਹੀ। ਕਿਸੇ ਘਰ 'ਚ ਸੱਸਾਂ ਦੁਖੀ ਨੇ, ਅੱਤ ਦੀਆਂ ਦੁਖੀ, ਮਰਨ ਕਿਨਾਰੇ ਪਹੁੰਚ ਗਈਆਂ ਨੇ। ਕੋਈ ਪਾਣੀ ਤੱਕ ਨਹੀਂ ਪੁੱਛਦੀ ਜੇ ਨਹੀਂ। ਕਿਉਂ? ਉਹ ਕੁਝ ਤੂੰ ਦਿੱਤਾ ਸੀ ਉਹਨੂੰ, ਲੈਣ ਵਾਸਤੇ ਆ ਗਈ। ਉਹ ਬੱਚੀ ਜਿਹਦੇ ਬਾਰੇ ਕਿਹਾ ਜਾਂਦਾ ਸੀ ਕਿ ਇੰਨੀ ਵਧੀਆ ਇਹਦੀ ਸੱਸ ਰਾਜ ਮਾਣੇਗੀ, ਸੁੱਖ ਭੋਗੇਗੀ, ਇੰਨੀ ਵਧੀਆ ਬੱਚੀ, ਉਹ ਬੱਚੀ ਉਹਨੂੰ ਪਾਣੀ ਨਹੀਂ ਪੁੱਛਦੀ। ਕਿਉਂ? ਦੱਸੋ ਜੀ ਕਿਉਂ? ਉਹ ਪਿਛਲਾ। ਤੇ ਕਈ ਵਾਰੀ ਉਹ ਸੱਸ ਨੇ ਉਹਦੇ ਕੋਲੋਂ ਲੈਣਾ ਹੁੰਦਾ। ਆਖੋ ਸਤਿਨਾਮ। ਕਈ ਵਾਰੀ ਨੂੰਹਾਂ ਇੰਨੀਆਂ ਦੁਖੀ ਹੁੰਦੀਆਂ, ਇੰਨੀ ਦੁਖੀ ਹੁੰਦੀਆਂ, ਔਰ ਸੱਸਾਂ ਦਾ ਅਤਿਆਚਾਰ ਐਡਾ ਹੁੰਦਾ ਕਿ ਕਈ ਵਾਰੀ ਵੇਖਿਆ ਜਾਂਦਾ ਕਿ ਬੱਚੀਆਂ ਫਾਹਾ ਲਾ ਲੈਂਦੀਆਂ। ਆਖੋ ਸਤਿਨਾਮ। ਦੁਖੀ ਹੋ ਜਾਂਦੀਆਂ, ਦੁਖੀ। ਉਸ ਬੀਬੀ ਬਾਰੇ ਕਿਹਾ ਜਾਂਦਾ ਸੀ ਕਿ ਜਿਹੜਾ ਇਹਦੇ ਕੋਲ ਆਏਗਾ ਉਹ ਸੁੱਖ ਮਾਣੇਗਾ, ਖੇੜੇ 'ਚ ਇੰਨਾ ਵਧੀਆ ਇਹਦਾ ਸੁਭਾਅ, ਪਰ ਉਹਦੇ ਕੋਲ ਆ ਕੇ ਉਹ ਵਿਚਾਰੀ ਇੰਨੀ ਦੁਖੀ ਹੋ ਗਈ, ਇੰਨੀ ਦੁਖੀ। ਕਿਉਂ? ਉਹ ਪਹਿਲੀ ਵਾਰੀ ਨਹੀਂ ਮਿਲੇ, ਉਹ ਪਿੱਛੇ ਮਿਲ ਚੁੱਕੇ ਨੇ। ਇਹ ਤਾਂ ਲੈਣ ਦੇਣ ਦੇ ਸੰਬੰਧ ਚੱਲਦੇ ਪਏ ਨੇ, ਅਕਾਊਂਟ ਕਲੀਅਰ ਹੋ ਰਹੇ ਨੇ, ਹਿਸਾਬ ਕਲੀਅਰ ਹੋ ਰਹੇ ਨੇ। ਜੋ ਮੈਂ ਕੀਆ ਸੋ ਮੈਂ ਦੋਸ ਨਾ ਦੀਜੈ ਅਵਰ ਜਨਾ। ਨਾ ਮੈਂ ਦੂਜੇ ਨੂੰ, ਫਿਰ ਆਪਾਂ ਸੱਸਾਂ ਕਹਿੰਦੀਆਂ ਦੇਖੋ ਮੇਰੀ ਨੂੰਹ ਏਦਾਂ ਦੀ, ਇਹ ਏਦਾਂ ਮੇਰੇ ਨਾਲ ਕਰਦੀ, ਮੇਰੇ ਨਾਲ ਪਾਣੀ ਨਹੀਂ ਪੁੱਛਦੀ, ਆਹ ਨਹੀਂ ਕਰਦੀ, ਉਹ ਨਹੀਂ ਕਰਦੀ। ਦੋਸ ਨਾ ਦੀਜੈ ਅਵਰ ਜਨਾ। ਨੂੰਹਾਂ ਕਹਿੰਦੇ ਦੇਖੋ ਮੇਰੀ ਸੱਸ ਐਸੀ, ਸਭ ਕੁਝ ਆਪਣੇ ਹੱਥ 'ਚ ਰੱਖਿਆ, ਮੁੰਡੇ ਨੂੰ ਵੀ ਕਾਬੂ 'ਚ ਕਰਕੇ ਰੱਖਿਆ, ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ। ਇਹ ਮੁੰਡਾ ਵੀ ਆਪਣੀ ਮਾਂ ਦੇ ਆਗਿਆ ਵਿੱਚ ਚੱਲਦਾ, ਮੇਰੇ ਕੋਲ ਇਹਨੇ ਬਿਲਕੁਲ ਕੱਖ, ਮੇਰੇ ਪੈਸੇ ਨਹੀਂ ਦਿੰਦਾ, ਮੈਨੂੰ ਰਵਾਉਂਦਾ, ਮੈਨੂੰ ਕਲਪਾਉਂਦਾ, ਮੈਨੂੰ ਤੜਪਾਉਂਦਾ, ਮੈਨੂੰ ਮਾਰਦਾ। ਜੋ ਮੈਂ ਕੀਆ ਸੋ ਮੈਂ ਪਾਇਆ। ਇਹ ਗੱਲ ਸਾਹਮਣੇ ਆ ਰਹੀ ਹੈ। ਸਾਹਿਬ ਕਹਿੰਦੇ ਮੰਦਾ ਚੰਗਾ ਆਪਣਾ ਆਪੇ ਕੀਤਾ ਪਾਵਣਾ। ਮੰਦਾ ਚੰਗਾ ਜਾ ਰਹੇ ਹੋ, ਕੋਈ ਚੋਰ ਤੁਹਾਨੂੰ ਪੈ ਗਏ, ਲੁੱਟ ਕੇ ਲੈ ਗਏ। ਅਸੀਂ ਸੋਚਦੇ ਰਹਿ ਜਾਂਦੇ ਹੋਇਆ ਕਿ ਲੁਟੇਰਿਆ ਤੂੰ ਕਦੇ ਉਹਨੂੰ ਲੁੱਟਿਆ ਸੀ। ਆਖੋ ਸਤਿਨਾਮ। ਤੂੰ ਕਦੇ ਉਹਨੂੰ ਲੁੱਟਿਆ ਸੀ, ਅੱਜ ਉਹ ਹਿਸਾਬ ਪੂਰਾ ਕਰਕੇ ਚਲਾ ਗਿਆ। ਕਈ ਵਾਰੀ ਮਿੱਤਰ ਦਗਾ ਦੇ ਜਾਂਦੇ ਨੇ, ਸਾਰੀ ਜ਼ਿੰਦਗੀ ਉਹ ਮਨ ਦੇ ਵਿੱਚ ਖਟਕਦੇ ਰਹਿੰਦੇ ਨੇ। ਕਿਉਂ? ਦਗਾ ਦੇ ਗਏ, ਮੈਂ ਇਹਦੇ ਨਾਲ ਏਦਾਂ ਕੀਤਾ। ਪਰ ਇਹ ਸਮਝ ਕੇ ਚੱਲਣੀ, ਇਹਨੇ ਦਗਾ ਦਿੱਤਾ, ਇਹ ਉਹ ਕੁਝ ਤੈਨੂੰ ਵਾਪਸ ਕਰ ਰਿਹਾ ਜੋ ਕੁਝ ਤੂੰ ਇਹਨੂੰ ਕਦੇ ਦਿੱਤਾ ਸੀ। ਆਖੋ ਸਤਿਨਾਮ। ਇਹ ਤੈਨੂੰ ਰਵਾ ਰਿਹਾ, ਇਹ ਤੈਨੂੰ ਕਲਪਾ ਰਿਹਾ, ਇਹ ਉਹ ਕੁਝ ਤੈਨੂੰ ਵਾਪਸ ਕਰ ਰਿਹਾ
ਜੋ ਕੁਝ ਤੂੰ ਇਹਨੂੰ ਕਦੇ ਦਿੱਤਾ ਸੀ। ਆਪਾਂ ਕੀ ਕਹਿੰਦੇ ਆ? ਗਿਵ ਐਂਡ ਟੇਕ। ਕਦੇ ਬੋਲਿਆ ਜੇ ਟੇਕ ਐਂਡ ਗਿਵ? ਆਖੋ ਸਤਨਾਮ। ਕਦੇ ਬੋਲਿਆ ਟੇਕ ਐਂਡ ਗਿਵ? ਪਹਿਲੇ ਗਿਵ, ਜੋ ਦੇਗਾ ਲੈ ਲੈ, ਦਿਓ ਤੇ ਲੈ ਲਓ। ਤੇ ਪਾਛੇ ਕਹਿੰਦੇ ਮੰਦਾ, ਮੰਦਾ ਹੀ ਨਹੀਂ ਚੰਗਾ। ਜੇ ਤੂੰ ਚੰਗਾ ਵੀ ਕੀਤਾ, ਕਿਸੇ ਨਾਲ ਨੇਕੀ ਕੀਤੀ, ਪਰਉਪਕਾਰ ਕੀਤਾ, ਉਹਨੂੰ ਖੁਸ਼ੀਆਂ ਦਿੱਤੀਆਂ, ਉਹ ਕੁਝ ਤੈਨੂੰ ਮਿਲੇ। ਅੱਜ ਕਈਆਂ ਦੀ ਜ਼ਿੰਦਗੀ ਬੜੀ ਖੁਸ਼ਹਾਲ, ਬੜੀ ਖੁਸ਼ਹਾਲ, ਬੜੀ ਖੁਸ਼ਹਾਲ। ਸਾਧ ਸੰਗਤ, ਆ ਸਾਡੇ ਰਿਸ਼ਤੇਦਾਰੀ ਦੇ ਵਿੱਚ ਇੱਕ ਪਿਆਰ ਵਾਲੇ ਹੈਗੇ, ਸਾਰੀ ਜ਼ਿੰਦਗੀ ਉਹਨਾਂ ਨੇ ਕੰਮ ਹੀ ਨਹੀਂ ਕੀਤਾ ਜੀ। ਆਖੋ ਸਤਨਾਮ। ਧਿਆਨ ਦੇਣਾ, ਸਾਰੀ ਜ਼ਿੰਦਗੀ ਉਹਨਾਂ ਨੇ ਕੰਮ ਹੀ ਨਹੀਂ ਕੀਤਾ। ਤੇ ਉਹਨਾਂ ਦੇ 4-5 ਭਰਾ ਨੇ, ਭਰਾ ਹੀ ਕੰਮ ਕਰਦੇ, ਸਾਰੀ ਜ਼ਿੰਦਗੀ ਰਾਜਿਆਂ ਦੀ ਤਰ੍ਹਾਂ ਰਹੇ ਨੇ, ਰਾਜਿਆਂ ਦੀ ਤਰ੍ਹਾਂ। ਕਹਿੰਦੇ ਨੋਟ ਮੇਰੇ ਜੇਬ ਦੇ ਵਿੱਚੋਂ ਖਤਮ ਹੀ ਨਹੀਂ, ਕਹਿੰਦੇ ਸਾਰੀ ਜ਼ਿੰਦਗੀ ਮੈਂ ਕੰਮ ਹੀ ਨਹੀਂ ਕੀਤਾ। ਆਖੋ ਸਤਨਾਮ। ਇੰਨੇ ਵਧੀਆ ਮੈਨੂੰ ਭਰਾ ਮਿਲੇ। ਕਹਿੰਦੇ ਮੈਂ ਜਿੱਥੇ ਜਾਣਾ ਹੁੰਦਾ ਨੋਟ ਮੇਰੀ ਜੇਬ 'ਚ ਪਏ। ਨੋਟ ਕਿੱਦਾਂ ਪਏ? ਕਹਿੰਦੇ ਇਹ ਦੇ ਜਾਂਦਾ, ਉਹ ਦੇ ਜਾਂਦਾ, ਉਹ ਦੇ ਜਾਂਦਾ। ਹੁਣ ਇਹ ਕੀ ਹੈ ਜੀ? ਇਹ ਕੀ ਹੈ? ਉਹਨੇ ਚੰਗਾ ਕੀਤਾ ਸੀ ਕਦੇ ਇਹਨਾਂ ਭਰਾਵਾਂ ਦੇ ਨਾਲ? ਦੇਖੋ, ਕਾਸਟਿਊਮ ਚੇਂਜ ਹੋਇਆ, ਸਰੀਰ ਚੇਂਜ ਹੋਇਆ। ਉਸ ਵੇਲੇ ਹੋ ਸਕਦਾ ਜਿਹੜੇ ਇਹਦੇ ਭਰਾ ਨੇ ਮਿੱਤਰ ਹੋਣ, ਕੋਈ ਰਿਸ਼ਤੇਦਾਰ ਹੋਣ, ਉਸ ਵੇਲੇ ਕੋਈ ਹੋ ਸਕਦਾ ਕੋਈ ਹੋਰ ਜੀ ਹੋਵੇ। ਜ਼ਰੂਰੀ ਨਹੀਂ ਕਿ ਇਹ ਦੇਈ ਹੋਵੇ, ਇਹ ਮਨੁੱਖਾ ਦੇਈ ਹੋਵੇ। ਨਹੀਂ ਨਹੀਂ, ਹੋ ਸਕਦਾ ਤੁਸੀਂ ਅਗਰ ਮੰਨ ਲਓ ਕਿਸੇ ਜਾਨਵਰ ਦੇ ਉੱਪਰ ਹੀ ਬਹੁਤ ਦਇਆ ਕੀਤੀ, ਉਹਨੂੰ ਰੋਜ਼ ਉਹਦੀ ਪਾਲਣਾ ਪੋਸ਼ਣਾ ਕਰ ਰਹੇ ਹੋ, ਉਹਨੂੰ ਇੰਨਾ ਪਿਆਰ ਦੇ ਰਹੇ ਹੋ, ਇੰਨਾ ਪਿਆਰ ਦੇ ਰਹੇ ਹੋ, ਇੰਨਾ ਪਿਆਰ। ਉਹ ਵੀ ਹੋ ਸਕਦਾ ਇੱਕ ਦਿਨ ਜਦੋਂ ਸਰੀਰ ਤਿਆਗੇਗਾ ਤੇ ਕਦੇ ਹੋ ਸਕਦਾ ਜਿਹਨੂੰ ਤੁਸੀਂ ਇੰਨਾ ਪਿਆਰ, ਇੰਨਾ ਸਤਿਕਾਰ, ਇੰਨਾ ਸੁੱਖ, ਇੰਨਾ ਸਭ ਕੁਝ ਦਿੱਤਾ ਸੀ, ਹੋ ਸਕਦਾ ਉਹ ਸਰੀਰ ਧਾਰ ਕੇ ਭਰਾ ਬਣ ਕੇ ਆਇਆ ਹੋਵੇ ਤੁਹਾਡਾ। ਆਖੋ ਸਤਨਾਮ। ਬਣ ਕੇ ਆਇਆ। ਤਾਂ ਹੀ ਸਾਹਿਬ ਕਹਿੰਦੇ ਮੰਦਾ, ਪਹਿਲੇ ਕਿਹਾ ਮੰਦਾ, ਫਿਰ ਕਹਿੰਦੇ ਚੰਗਾ। ਆਪਣਾ ਤੇਰਾ ਹੀ, ਆਪੇ ਹੀ ਕੀਤਾ ਪਾਵਣਾ। ਇਹ ਤੇਰਾ ਹੀ ਹੈ ਜਿਹੜਾ ਤੈਨੂੰ ਮਿਲਦਾ ਪਿਆ ਵਾਪਸ। ਬੋਲੋ ਸਾਰੇ। ਤੇ ਮੈਂ ਬੇਨਤੀ ਕਰਾਂ, ਅੱਜ ਥੋੜਾ ਜਿਹਾ ਵਿਸ਼ਾ 5-7 ਮਿੰਟ ਹੋਰ, ਇਹ ਬੜਾ ਲੰਬਾ ਵਿਸ਼ਾ, ਬੜੀਆਂ ਚੀਜ਼ਾਂ ਹਾਲੇ ਖੁੱਲਣ ਵਾਲੀਆਂ। ਤੇ ਇਸੇ ਨੂੰ ਹੀ ਆਪਾਂ ਅਗਲੇ ਕਨਸੈਪਟ ਦੇ ਅਗਲੇ ਦੀਵਾਨ ਦੇ ਵਿੱਚ ਵੀ, ਜਿਹੜਾ ਅਗਲਾ ਬੁੱਧਵਾਰ ਆਏਗਾ, ਇਹੀ ਸ਼ਬਦ ਲੈ ਕੇ, ਕਿਉਂਕਿ ਬੜੇ ਐਸੇ ਪੁਆਇੰਟ ਨੇ ਜਿਹੜੇ ਹਾਲੇ ਤਾਂ ਆਪਾਂ ਅੱਧ ਵੀ ਨਹੀਂ ਪਹੁੰਚੇ ਆ। ਆਖੋ ਸਤਨਾਮ। ਅੱਧ ਵੀ ਹਾਲੇ ਬੜੇ ਐਸੇ ਸਵਾਲ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਆਉਂਦੇ ਨੇ। ਕਿਉਂ? ਕਿਉਂ? ਇਹ ਚੀਜ਼ਾਂ ਦਾ ਫਿਰ ਜਵਾਬ ਸਾਧ ਸੰਗਤ ਆਪਾਂ ਕਹਿੰਦੇ ਆ, ਜੋ ਕੁਝ ਹੋਇਆ ਚੰਗਾ ਹੋਇਆ। ਆਪਾਂ ਪੜ੍ਹਦੇ ਗੀਤਾ ਦਾ ਸਾਰ ਕੀ? ਜੋ ਹੁਆ ਅੱਛਾ, ਜੋ ਹੋ ਰਹਾ ਹੈ ਅੱਛਾ, ਜੋ ਹੋਗਾ ਅੱਛਾ। ਇਹ ਕੀ ਹੈ? ਹੁਣ ਅਗਰ ਕਿਸੇ ਨਾਲ ਮਾੜਾ ਹੋ ਜਾਏ, ਧਿਆਨ ਦਿਓ, ਸਾਰੀ ਜ਼ਿੰਦਗੀ 'ਚ ਤੁਹਾਡਾ ਅੱਛਾ ਹੀ ਹੋਇਆ? ਸਾਰੀ ਜ਼ਿੰਦਗੀ ਦੇ ਵਿੱਚ ਕੀ ਤੁਹਾਡੇ ਨਾਲ ਅੱਛਾ ਹੀ ਹੋਇਆ? ਮਾੜਾ ਵੀ ਹੋਇਆ ਨਾ? ਤੇ ਫਿਰ ਇਹ ਸਾਰ ਗਲਤ ਹੋ ਗਿਆ। ਇਹਦਾ ਮਤਲਬ ਸਾਰ ਗਲਤ ਨਹੀਂ। ਇਹ ਸਾਰ ਦਾ ਆਪਣਾ ਇੱਕ, ਇਹਦੇ ਵਿੱਚੋਂ ਵੀ ਇੱਕ ਚੀਜ਼ ਨਿਕਲੇਗੀ ਜਿਹੜਾ ਸਾਨੂੰ ਰਾਹ ਦੇਗੀ, ਰਾਹ ਦੇਗੀ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਜੋ ਬੀਜੈ ਸੋਈ ਫਲ ਪਾਏ, ਜੋ ਬੀਜੈ ਸੋਈ ਫਲ ਪਾਏ, ਜੋ ਬੀਜੈ ਸੋਈ ਫਲ ਪਾਏ, ਜੋ ਬੀਜੈ ਸੋਈ ਫਲ ਪਾਏ। ਸੁਪਨੇ ਸੁਖ ਨਾ ਪਾਵਣਿਆ, ਸੁਪਨੇ ਸੁਖ ਨਾ ਪਾਵਣੇ। ਕਹਿੰਦੇ ਜੋ ਬੀਜੈ ਸੋਈ ਫਲ ਪਾਏ, ਕੋਈ ਕੁਝ ਤੈਨੂੰ ਮਿਲੇਗਾ। ਤੇ ਅਗਰ ਤੂੰ ਮਾੜਾ ਬੀਜ ਕੇ ਆਇਆ, ਸੁਪਨੇ ਵਿੱਚ ਵੀ ਤੈਨੂੰ ਚੰਗਾ ਫਲ ਨਹੀਂ ਮਿਲੇਗਾ। ਆਖੋ ਸਤਨਾਮ। ਸੁਪਨੇ ਵਿੱਚ ਵੀ ਤੈਨੂੰ ਚੰਗਾ ਫਲ ਨਹੀਂ ਮਿਲੇ। ਜੋ ਬੀਜੈ ਸੋਈ ਫਲ ਪਾਏ, ਜੋ ਬੀਜੈ ਸੋਈ ਫਲ ਪਾਏ। ਸੁਪਨੇ ਸੁਖ ਨਾ ਪਾਵਨਿਆ, ਸੁਪਨੇ ਸੁਖ ਨਾ
ਲੱਗੀ ਗਿਆ ਇਹ ਜੋ ਕੁਝ ਮੈਨੂੰ ਮਿਲ ਰਿਹਾ ਹੈ ਮੇਰੇ ਕਰਮਾਂ ਦਾ ਫਲ ਹੈ। ਫਿਰ ਭਾਈ ਫਿਰ ਦੁਆਵਾਂ ਖੱਟ, ਆਖੋ ਸਤਨਾਮ। ਦੁਆਵਾਂ ਖੱਟ, ਨੇਕੀਆਂ ਖੱਟ, ਜਿਤਨੀ ਦੁਆ ਲੈ ਸਕਦਾ ਹੈ ਲੈ। ਆਪਾਂ ਕਈ ਵਾਰੀ ਕਹਿੰਦੇ ਨਾ ਆ ਭਾਈ ਲੱਗਦਾ ਕਿਸੇ ਦੀ ਦਵਾਈ ਲੱਗੀ ਹੈ ਤੈਨੂੰ, ਆਖੋ ਸਤਨਾਮ। ਆਪਾਂ ਕਹਿੰਦੇ ਨਾ ਕਈ ਵਾਰੀ ਦਵਾਈ ਲੱਗੀ ਤੈਨੂੰ, ਜਾਂ ਕਿਸੇ ਦਾ ਮਾੜਾ ਕੰਮ ਹੋ ਜਾਏ ਆਪਾਂ ਕਹਿੰਦੇ ਹੋਏਗੀ ਕਿਸੇ ਦੀ ਬਦ ਦੁਆ ਤੇਰੇ ਤੇ। ਕਹਿੰਦੇ ਇਹ ਦੁਆ ਕੀ ਤੇ ਬਦ ਦੁਆ, ਐਵੇਂ ਨਹੀਂ ਦੁਆ ਲੱਗਦੀ। ਅਸੀਂ ਉਹ ਕੁਝ ਕੰਮ ਕੀਤੇ ਜਿਸ ਕੰਮ ਨੇ ਸਾਨੂੰ ਦੁਆ ਖਟਾਈ, ਆਖੋ ਸਤਨਾਮ। ਉਹ ਕੁਝ ਕੰਮ ਕੀਤੇ ਜਿਨੇ ਦੁਆ ਸਾਡੀ ਝੋਲੀ ਚ ਪਵਾਈ। ਉਹ ਕੁਝ ਕੰਮ ਕੀਤੇ ਜਿਨੇ ਬਦ ਦੁਆ ਸਾਡੀ ਝੋਲੀ ਚ ਪੈ ਗਈ। ਇੱਕ ਵਾਰੀ ਝੋਲੀ ਚ ਫਿਰ ਭੁਗਤਣਾ ਪਏਗਾ। ਇਸ ਲਈ ਨੇਕ ਕੰਮ, ਨੇਕ ਕੰਮ ਆ ਗੁਰੂ ਸਾਹਿਬ ਕਹਿੰਦੇ ਨੇ ਵੀ ਨੇਕ। ਸੱਚਾਈ ਇਹ ਹੈ ਕਿ ਜੋ ਮੇਰੇ ਕਰਮ ਨੇ ਉਹੀ ਮੇਰੇ ਭਾਗ, ਉਹੀ ਮੇਰੀ ਕਿਸਮਤ, ਉਹੀ ਮੇਰੀ ਤਕਦੀਰ। ਭੋਲਿਆ ਉਹ ਮਨਾ ਮੇਰਿਆ। ਇਸ ਲਈ ਇਹ ਆਪਣੇ ਆਪ ਨੂੰ ਗਿਆਨ ਦਿਓ, ਮਨਾ ਮੇਰਿਆ ਸੁਣ। ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਮੈਂ ਕੀਆ ਦੋਸ਼ न दीजै अवर जना, दोष न दीजै अवर जना। बोलोगे दोष न दीजै अवर जना, दोष न दीजै। इधर मन नू कहो जो मैं किया सो मैं पाया, जो मैं किया सो मैं पाया। सारे बोलो जी, जो मैं किया सो मैं पाया, जो मैं किया सो मैं पाया। सत श्री अकाल। ਅੱਜ ਇਹ ਜਿਹੜਾ ਵਿਸ਼ਾ ਸਾਧ ਸੰਗਤ ਸਾਂਝਾ ਹੋਇਆ ਹੈ, ਜੋ ਮੈਂ ਕੀਆ ਸੋ ਮੈਂ, ਇਹ ਸਾਡੀ ਜ਼ਿੰਦਗੀ ਦੀ ਇੱਕ ਰਿਐਲਿਟੀ ਪਿਕਚਰ ਹੈ, ਆਖੋ ਸਤਨਾਮ। ਉਹ ਰਿਐਲਿਟੀ ਪਿਕਚਰ ਜੋ ਸਾਨੂੰ ਨਜ਼ਰ ਨਹੀਂ ਆ ਰਹੀ, ਨਜ਼ਰ ਨਹੀਂ ਆ ਰਹੀ, ਉਹ ਗੁਰੂ ਨੇ ਸਾਨੂੰ ਪਿਕਚਰ ਦਿਖਾਣੀ। ਅਗਲੇ ਹਫਤੇ ਇਸ ਚੀਜ਼ ਦਾ ਨਿਰਣਾ ਕੀਤਾ ਜਾਏਗਾ ਕਿ ਜੇ ਮੇਰੇ ਕਰਮ ਮੈਂ ਪਿੱਛੇ ਪਾਸਟ ਮਾੜਾ ਕਰ ਆਇਆ ਔਰ ਮੈਨੂੰ ਮਾੜਾ ਮਿਲਣਾ, ਧਿਆਨ ਦੇਣਾ, ਜੇ ਮੈਂ ਪਾਸਟ ਕਰ ਆਇਆ ਮਾੜਾ ਕਿਸੇ ਦੇ ਨਾਲ ਔਰ ਮੈਨੂੰ ਮਾੜਾ ਮਿਲਣਾ ਹੀ, ਉਹ ਤਾਂ ਮਿਲਣਾ ਹੀ ਹੈ, ਡੈਡ ਸ਼ੋਰ ਮਿਲਣਾ। ਪਰ ਮੈਨੂੰ ਸਮਝ ਵੀ ਲੱਗ ਗਈ ਹੈ ਕਿ ਹੁਣ ਮੈਂ ਅੱਗੋਂ ਤਾਂ ਨਾ ਕਰ। ਹੁਣ ਜਿਹੜਾ ਮੈਨੂੰ ਮਾੜਾ ਮਿਲਣਾ ਉਥੋਂ ਕੋਈ ਬਚਾਅ ਹੈ, ਆਖੋ ਸਤਨਾਮ। ਉਥੋਂ ਕੋਈ ਬਚਾਅ ਹੈ ਕਿ ਨਹੀਂ, ਇਹ ਨਿਰਣਾ ਬਾਣੀ ਚੋਂ ਆਪਾਂ ਕੱਢਾਂਗੇ। ਹਰ ਚਰਨ ਕਮਲ ਕੀ ਟੇਕ, ਹਰ ਚਰਨ ਕਮਲ ਕੀ ਟੇਕ। ਸਤਿਗੁਰ ਦਿੱਤੀ ਤੁਸ ਕੈ, ਸਤਿਗੁਰ ਦਿੱਤੀ ਤੁਸ ਕੈ। ਬਲਰਾਮ ਜੀਓ, ਬਲਰਾਮ ਜੀਓ, ਬਲਰਾਮ ਜੀਓ। ਹਰ ਚਰਨ ਕਮਲ ਕੀ ਟੇਕ।
कमल की टेक। सतगुर दित्ती तुसकै, सतगुर दित्ती तुसकै। बलराम जियो, बलराम जियो, बलराम जियो, हर चरण कमल की टेक। हर अमृत परे भंडार, हर अमृत परे भंडार। सब किछ है घर तिसकै, सब किछ है घर तिसकै। बलराम जियो, बलराम जियो, बलराम जियो, हर चरण कमल की टेक। हर चरण कमल की टेक। सतगुर दित्ती तुसकै, सतगुर दित्ती तुसकै। बलराम जियो, बलराम जियो, बलराम जियो, हर चरण कमल की टेक। बाबुल मेरा वड समरथा, बाबुल मेरा वड समरथा। कर्ण कारण प्रभहारा, कर्ण कारण प्रभहारा। जिस सिमरत दुख कोई ना लागे, जिस सिमरत दुख कोई ना लागे। भोजल पार उतारा, भोजल पार उतारा। बलराम जियो, बलराम जियो, बलराम जियो, हर चरण कमल की टेक। हर चरण कमल की टेक। सतगुर दित्ती तुसकै, सतगुर दित्ती तुसकै। बलराम जियो, बलराम जियो, बलराम जियो, हर चरण कमल की टेक। हर चरण कमल की टेक। आद जुगाद भगतन का राखा, आद जुगाद भगतन का राखा। उस्तत कर कर जीवा,
अन दिन मन तन पीवा। अन दिन मन तन पीवा। बलराम जियो बलराम जियो बलराम जियो। हर चरण कमल की टेक, हर चरण कमल की टेक। सतगुर दित्ति तुसकै, सतगुर दित्ति तुसकै। बलराम जियो बलराम जियो बलराम जियो। हर चरण कमल की टेक, हर चरण कमल की टेक, हर चरण कमल की टेक। जय गुरु जी की। अब हम मंत्र जाप करेंगे। ओम नमः शिवाय। शिव जी सदा
गुरु जी सदा सहाय। ओम नमः शिवाय। शिव जी सदा गुरु जी सदा सहाय। ओम नमः शिवाय। शिव जी सदा सहाय। नमः शिवाय। गुरु जी सदा सहाय। जय गुरु जी की।
जग